ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ। ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ EMPLOYABILITY SKILL MCQs। EMPLOYABILITY SKILL ਜਿਸ ਨੂੰ ਅਸੀਂ ਦੂਸਰੇ ਸ਼ਬਦਾਂ ਵਿੱਚ ਰੁਜ਼ਗਾਰ, ਹੁਨਰ ਜਾਂ ਨਿਪੁੰਨਤਾ ਵੀ ਕਹਿ ਸਕਦੇ ਹਾਂ। ਇਹ ਸਬਜੈਕਟ ਜਿਹੜਾ ਹੈਗਾ ਇਹ ITI ਦੇ ਜਿਹੜੇ ਸਿੱਖਿਆਰਥੀ ਨੇ, ਚਾਹੇ ਉਹ ਇੰਜੀਨੀਅਰਿੰਗ ਟ੍ਰੇਡ ਜਾਂ ਨਾਨ ਇੰਜੀਨੀਅਰਿੰਗ ਟ੍ਰੇਡ ਦੇ ਨੇ, ਫਸਟ ਈਅਰ, ਸੈਕੰਡ ਈਅਰ, ਸਾਰੇ ਹੀ ਸਿੱਖਿਆਰਥੀਆਂ ਦੇ ਲਈ ਇਹ ਇੱਕ ਜ਼ਰੂਰੀ ਵਿਸ਼ਾ ਹੈਗਾ। ਔਰ ਇਸ ਦੇ ਵਿੱਚ ਅਸੀਂ ਜਾਣਾਂਗੇ ਕਿ ਇਹ EMPLOYABILITY SKILL ਬੇਸਿਕਲੀ ਸਬਜੈਕਟ ਕੀ ਖਾਸੀਅਤ ਹੈ ਜਿਹੜਾ ਇਹ ਸਿੱਖਿਆਰਥੀਆਂ ਦੇ ਲਈ ਰੱਖਿਆ ਗਿਆ ਹੈਗਾ। EMPLOYABILITY SKILL ਇਹ ਕਿਸੇ ਵਿਅਕਤੀ ਦੀ ਉਹ ਲੋੜੀਂਦੀ ਨਿਪੁੰਨਤਾ ਜਾਂ ਹੁਨਰ ਜਾਂ ਗੁਣ ਜਾਂ ਵੈਲਿਊ ਹੁੰਦੀ ਹੈ ਜਿਸ ਦੇ ਨਾਲ ਉਹ ਕਿਸੇ ਅਦਾਰੇ ਜਾਂ ਇੰਡਸਟਰੀ ਵਿੱਚ ਇੱਕ ਕਾਮਯਾਬ ਕਰਮਚਾਰੀ ਬਣ ਸਕਦਾ ਹੈਗਾ। ਇਹਨਾਂ ਗੁਣਾਂ ਤੋਂ ਹੀ ਇੱਕ ਇੰਟਰਵਿਊ ਲੈਣ ਵਾਲਾ ਤੁਹਾਡੀ ਇਸ ਸਕਿੱਲ ਨੂੰ ਜਾਣ ਕੇ ਨਿਰਣਾ ਲੈਂਦਾ ਹੈ ਕਿ ਤੁਸੀਂ ਉਸ ਕੰਪਨੀ ਜਾਂ ਅਦਾਰੇ ਲਈ ਕਿੰਨੇ ਫਾਇਦੇਮੰਦ ਸਾਬਿਤ ਹੋ ਸਕਦੇ ਹੋ। ਇਸ EMPLOYABILITY SKILL ਦਾ ਜਿਹੜਾ ਸਬਜੈਕਟ ਹੈਗਾ, ਇਸ ਦੇ ਜੋ ਅਲੱਗ-ਅਲੱਗ ਟੌਪਿਕ ਨੇ, ਜਿਹੜਾ ਕਿ ਵਿਵਹਾਰਿਕ ਹੁਨਰ ਯਾਨੀ ਕਿ ਬਿਹੇਵੀਅਰ ਸਕਿੱਲ, ਅੰਗਰੇਜ਼ੀ ਸਾਖਰਤਾ ਯਾਨੀ ਕਿ ਇੰਗਲਿਸ਼ ਲਿਟਰੇਸੀ, ਸੰਚਾਰ ਹੁਨਰ ਜਿਸ ਨੂੰ ਅਸੀਂ ਕਮਿਊਨੀਕੇਸ਼ਨ ਸਕਿੱਲ ਕਹਿ ਦਿੰਦੇ ਹਾਂ, IT ਸਾਖਰਤਾ, ਇਨਫੋਰਮੇਸ਼ਨ ਟੈਕਨੋਲੋਜੀ ਲਿਟਰੇਸੀ ਯਾਨੀ ਕਿ ਐਂਟਰਪ੍ਰੇਨਿਓਰਸ਼ਿਪ ਸਕਿੱਲ ਯਾਨੀ ਕਿ ਇੱਕ ਹੁਨਰ, ਉਦਮ ਦਾ, ਕੁਛ ਨਵਾਂ ਕਰਨ ਦਾ, ਕੰਮ ਦਾ ਜਿਹੜਾ ਸਥਾਨ ਹੈ ਤੁਹਾਡਾ ਉਸ ਦੀ ਸਮਰੱਥਾ ਨੂੰ ਬਣਾਈ ਰੱਖਣ ਦਾ ਹੁਨਰ, ਸੈਲਫ ਅਵੇਅਰਨੈਸ, ਲੇਬਰ ਵੈਲਫੇਅਰ ਦੇ ਸੰਬੰਧ ਵਿੱਚ ਜਾਣਕਾਰੀ, ਕੁਆਲਿਟੀ ਕਨਸੈਪਟ, ਔਰ ਜਿਹੜਾ ਕਸਟਮਰ ਇੰਟਰੈਕਸ਼ਨ ਔਰ ਜਿਹੜੀ ਉਹਦੀ ਕਸਟਮਰ ਸਰਵਿਸ ਹੈ, ਉਹ ਇਸ ਵਿਸ਼ੇ ਦੇ ਅਲੱਗ-ਅਲੱਗ ਟੌਪਿਕ ਨੇ ਜਿਨ੍ਹਾਂ ਦੇ ਬਾਰੇ ਅਸੀਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ MCQ ਦੇਵਾਂਗੇ। ਔਰ ਇਸ ਸਕਿੱਲ ਦੀ ਮਦਦ ਦੇ ਨਾਲ ਜਿਹੜੇ ਵੱਖ-ਵੱਖ ਟੌਪਿਕ ਨੇ ਉਸ ਦੀ ਮਦਦ ਦੇ ਨਾਲ ਚਾਹੇ ਤੁਸੀਂ ਇੱਕ ਸਰਕਾਰੀ ਕਰਮਚਾਰੀ ਦੇ ਤੌਰ 'ਤੇ ਜਾਂ ਪ੍ਰਾਈਵੇਟ ਅਦਾਰੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਨਿਖਾਰ ਸਕਦੇ ਹੋ, ਆਪਣਾ ਹੁਨਰ ਨੂੰ ਕਿਵੇਂ ਦਿਖਾ ਸਕਦੇ ਹੋ, ਉਹੀ ਇਸ ਵਿਸ਼ੇ ਦਾ ਜਿਹੜਾ ਮੁੱਖ ਮੰਤਵ ਹੈਗਾ ਜਿਸ ਦੇ ਬਾਰੇ ਅੱਜ ਅਸੀਂ ਜਾਣਾਂਗੇ EMPLOYABILITY SKILL MCQs। ਸਾਡਾ ਅੱਜ ਦੀ ਵੀਡੀਓ ਜਿਹੜੀ ਕਿ EMPLOYABILITY SKILL ਦੇ MCQ ਦੇ ਉੱਪਰ, ਇਸ ਦਾ ਜਿਹੜਾ ਪਹਿਲਾ ਕੁਐਸਚਨ ਹੈਗਾ, ਰਿਜ਼ਿਊਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਆਪਸ਼ਨ A ਹੈਗਾ ਫੈਂਸੀ ਅਤੇ ਰੰਗੀਨ, B ਹੈਗਾ ਬਹੁਤ ਜ਼ਿਆਦਾ ਜਾਣਕਾਰੀ ਵਾਲਾ, C ਛੋਟਾ ਅਤੇ ਸੰਖੇਪ, D ਉਪਰੋਕਤ ਕੋਈ ਵੀ ਨਹੀਂ। ਰਿਜ਼ਿਊਮ ਅਸੀਂ ਕਿਸ ਨੂੰ ਕਹਿੰਦੇ ਹਾਂ? ਜਦੋਂ ਅਸੀਂ ਕਿਸੇ ਜੌਬ ਦੇ ਲਈ ਆਪਣੇ ਬਾਰੇ ਦੱਸਦੇ ਹੈਗੇ ਹਾਂ, ਜਾਣਕਾਰੀ ਦਿੰਦੇ ਹਾਂ, ਤਾਂ ਉਸ ਨੂੰ ਅਸੀਂ ਰਿਜ਼ਿਊਮ ਕਹਿ ਦਿੰਦੇ ਹਾਂ। ਤਾਂ ਇਸ ਦੇ ਵਿੱਚ ਜਿਹੜੀਆਂ ਆਪਸ਼ਨ ਦਿੱਤੀਆਂ ਨੇ ਉਹ ਇਸ ਦੀ ਆਪਸ਼ਨ C ਹੈਗੀ ਹੈ, ਛੋਟਾ ਅਤੇ ਸੰਖੇਪ, ਯਾਨੀ ਕਿ ਤੁਸੀਂ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਆਪਣੇ ਬਾਰੇ ਜਿਹੜੀ ਜਾਣਕਾਰੀ ਦੇਣੀ ਹੈਗੀ ਆ। ਤਾਂ ਇਹ ਰਿਜ਼ਿਊਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਛੋਟਾ ਅਤੇ ਸੰਖੇਪ। ਸੈਕਿੰਡ ਹੈਗਾ ਕਰਿਕੂਲਮ ਵੈਟੇ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਆਪਸ਼ਨ A ਹੈਗਾ ਜੌਬ ਡਿਸਕ੍ਰਿਪਸ਼ਨ, B ਹੈਗਾ ਕਵਰਿੰਗ ਲੈਟਰ, C ਹੈਗਾ ਨਿਯੁਕਤੀ ਪੱਤਰ ਯਾਨੀ ਕਿ ਅਪਾਇੰਟਮੈਂਟ ਲੈਟਰ, ਔਰ D ਹੈਗਾ ਰਿਜ਼ਿਊਮ। ਤਾਂ ਕੈਰੀਕੂਲਮ ਵਾਈਟੇ ਕੀ ਹੈਗਾ, ਜਿਹਨੂੰ CV ਸ਼ਾਰਟ ਨੇਮ ਦੇ ਵਿੱਚ CV ਵੀ ਕਹਿ ਦਿੰਦੇ ਹਾਂ, ਇਹ ਵੀ ਇੱਕ ਅਸੀਂ ਜੌਬ ਦੇ ਸਮੇਂ ਆਪਣੇ ਬਾਰੇ ਜਿਹੜੀ ਜਾਣਕਾਰੀ ਦਿੰਦੇ ਹਾਂ ਉਸੇ ਨੂੰ ਵੀ ਕੈਰੀਕੂਲਮ ਵਾਈਟੇ ਕਿਹਾ ਜਾਂਦਾ। ਤਾਂ ਇਹ ਜਿਹੜਾ D ਆਪਸ਼ਨ ਹੈ ਰਿਜ਼ਿਊਮ, ਸੈਕਿੰਡ ਨੇਮ ਜਿਹੜਾ ਰਿਜ਼ਿਊਮ ਹੈ, ਇਹ ਦੋਨਾਂ ਨੂੰ ਅਸੀਂ ਇੱਕੋ ਹੀ ਕਹਿ ਦਿੰਦੇ ਹਾਂ। ਰਿਜ਼ਿਊਮ ਦੇ ਵਿੱਚ ਅਸੀਂ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਜਿਹੜੀ ਆਪਣਾ ਸੰਖੇਪ ਦੇ ਵਿੱਚ ਜਾਣਕਾਰੀ ਦਿੰਦੇ ਹੈਗੇ ਹਾਂ, ਲੇਕਿਨ ਜਿਹੜਾ ਕਰਿਕੂਲਮ ਵਾਈਟੇ ਹੈਗਾ ਇਸ ਦੇ ਵਿੱਚ ਅਸੀਂ ਜਿਹੜੀ ਸਾਡੀ ਅਕੈਡਮਿਕ ਜਾਂ ਸਾਡੀ ਜਿਹੜੀ ਸਾਡੇ ਕੋਲ ਇੱਕ ਹੁਨਰ ਹੈਗੇ ਆ, ਕੋਈ ਕੁਆਲੀਫਿਕੇਸ਼ਨ ਨੇ ਜਾਂ ਸਾਡੇ ਜਿਹੜੇ ਕੰਮ ਨੇ, ਉਹ ਅਸੀਂ ਡਿਟੇਲ ਦੇ ਵਿੱਚ ਦੱਸਦੇ ਹਾਂ। ਡਿਟੇਲ ਦੇ ਵਿੱਚ ਰਿਜ਼ਿਊਮ ਦੇ ਵਿੱਚ ਸੰਖੇਪ ਸੀਗਾ, ਛੋਟਾ ਸੀ, ਇਹਦੇ ਵਿੱਚ ਅਸੀਂ ਡਿਟੇਲ 'ਚ ਦੱਸਦੇ ਹਾਂ। ਜਿਸ ਵਿਅਕਤੀ ਦੀ ਡਿਟੇਲ ਜ਼ਿਆਦਾ ਹੈਗੀ ਉਹ ਜ਼ਿਆਦਾ ਦੱਸ ਸਕਦਾ ਹੈ, ਜਿਸ ਕੋਲ ਥੋੜ੍ਹਾ ਜਿਹੜਾ ਉਸਦੇ ਕੋਲ ਗੁਣ ਨੇ, ਜੋ ਵੀ ਉਸਦੇ ਕੋਲ ਇਨਫੋਰਮੇਸ਼ਨ ਹੈਗੀ ਆ ਉਹ ਦੱਸ ਸਕਦਾ। ਇਸ ਨੂੰ ਅਸੀਂ ਕਰਿਕੂਲਮ ਵਾਈਟੇ ਕਹਿੰਦੇ ਹਾਂ। ਔਰ D ਆਪਸ਼ਨ ਰਿਜ਼ਿਊਮ ਦਾ ਜਿਹੜਾ ਸੈਕਿੰਡ ਨੇਮ ਹੈਗਾ। ਥਰਡ ਹੈਗਾ ਆਤਮ ਵਿਸ਼ਵਾਸ ਯਾਨੀ ਕਿ ਸੈਲਫ ਕੌਨਫੀਡੈਂਸ ਜ਼ਿੰਦਗੀ ਦੀ ਡੈਸ਼ ਦਾ ਸਭ ਤੋਂ ਵੱਡਾ ਰਹੱਸ ਹੈ। ਆਪਸ਼ਨ A ਹੈਗਾ ਨਾਕਾਮੀ, B ਸਫਲਤਾ, C ਹੈਗਾ ਉਪਰੋਕਤ ਦੋਨੋਂ, ਔਰ D ਉਪਰੋਕਤ ਕੋਈ ਨਹੀਂ। ਤਾਂ ਇਸ ਦੇ ਵਿੱਚ ਜਿਹੜੀ ਆਪਸ਼ਨ ਹੈਗੀ ਆ ਆਤਮ ਵਿਸ਼ਵਾਸ ਯਾਨੀ ਕਿ ਸੈਲਫ ਕੌਨਫੀਡੈਂਸ ਆ ਜਿਹੜਾ ਲਾਈਫ ਦਾ, ਦੀ ਸਫਲਤਾ ਦਾ ਸਭ ਤੋਂ ਵੱਡਾ ਰਹੱਸ ਹੈ। ਤਾਂ ਇਸ ਦੀ ਆਪਸ਼ਨ B ਸਹੀ ਹੈ, ਥਰਡ ਦੀ। ਚੌਥੇ ਕੁਐਸਚਨ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਗਿਆ, ਅਸੀਂ ਆਮ ਵਰਤਦੇ ਹੈਗੇ ਹਾਂ ਇਸ ਸ਼ਬਦ ਨੂੰ, ਵਿੱਚ ਕਿਹੜਾ ਅੱਖਰ ਸਾਇਲੈਂਟ ਹੈ। ਸਾਇਲੈਂਟ ਮੀਨਸ ਕਿ ਉਸ ਦੀ ਇਸ ਜਦੋਂ ਅਸੀਂ ਇਸ ਸ਼ਬਦ ਨੂੰ ਬੋਲਦੇ ਹਾਂ
ਤਾਂ ਕਿਹੜਾ ਜਿਹੜਾ ਅੱਖਰ ਆ ਉਹ ਉਸ ਦੀ ਆਵਾਜ਼ ਨਹੀਂ ਆਉਂਦੀ। ਤਾਂ ਆਪਸ਼ਨ ਜਿਹੜੀਆਂ ਏ ਹੈਗੀਆਂ ਐਸ, ਬੀ, ਈ, ਡੀ ਹੈਗਾ ਜਿਹੜੇ ਸੀ ਆਪਸ਼ਨ ਦਾ, ਔਰ ਡੀ ਦੇ ਵਿੱਚ ਡਬਲਿਊ। ਤਾਂ ਜਿਹੜਾ ਇਹ ਸ਼ਬਦ ਹੈ ਇਸ ਨੂੰ ਅਸੀਂ ਆਨਸਰ ਕਹਿ ਦਿੰਦੇ ਹਾਂ, ਆਨਸਰ ਯਾਨੀ ਕਿ ਉੱਤਰ। ਤਾਂ ਇਹਦੇ ਵਿੱਚ ਜਿਹੜਾ ਡਬਲਿਊ ਹੈ ਇਹ ਸਾਈਲੈਂਟ ਹੈ, ਡਬਲਿਊ ਦੀ ਆਵਾਜ਼ ਨਹੀਂ ਆਉਂਦੀ। ਤਾਂ ਆਪਸ਼ਨ ਇਸ ਦੀ ਡੀ ਸਹੀ ਹੈ ਚੌਥੇ ਕੁਐਸਚਨ ਦੀ। ਪੰਜਵਾਂ ਕੁਐਸਚਨ ਹੈ, ਹੇਠ ਦਿੱਤਿਆਂ ਵਿੱਚੋਂ ਕੰਪਿਊਟਰ ਦਾ ਦਿਮਾਗ ਯਾਨੀ ਕਿ ਬ੍ਰੇਨ ਕਿਹੜਾ ਹੈ? ਤਾਂ ਇਸ ਦੇ ਵਿੱਚ ਜਿਹੜੀਆਂ ਆਪਸ਼ਨ ਨੇ ਕੀਬੋਰਡ, ਬੀ ਹੈਗਾ ਮੋਨੀਟਰ, ਸੀ ਹੈਗਾ CPU ਔਰ ਡੀ ਹੈਗਾ ਹਾਰਡ ਡਿਸਕ। ਤਾਂ ਜਿਹੜਾ ਕੰਪਿਊਟਰ ਹੈਗਾ ਉਸ ਦਾ ਜਿਹੜਾ ਬ੍ਰੇਨ ਮੰਨਿਆ ਜਾਂਦਾ ਉਹ CPU ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ। ਤਾਂ ਇਸ ਦੀ ਆਪਸ਼ਨ ਜਿਹੜੀ ਸੀ ਹੈ ਉਹ ਸਹੀ ਹੈ, CPU ਨੂੰ ਕੰਪਿਊਟਰ ਦਾ ਬ੍ਰੇਨ ਜਾਂ ਦਿਮਾਗ ਕਿਹਾ ਜਾਂਦਾ। ਛੇਵਾਂ ਕੁਐਸਚਨ ਹੈ, ਹੇਠ ਦਿੱਤਿਆਂ ਵਿੱਚੋਂ ਕਿਹੜਾ ਕਾਰਡੀਨਲ ਨੰਬਰ ਹੈ? ਤਾਂ ਇਸ ਦੇ ਵਿੱਚ ਜਿਹੜੀਆਂ ਆਪਸ਼ਨ ਦਿੱਤੀਆਂ ਨੇ, ਪਹਿਲਾ ਕਾਰਡੀਨਲ ਨੰਬਰ ਕੀ ਹੁੰਦਾ? ਇਹ ਇੱਕ ਨੰਬਰ ਨੇ, ਜਿਸ ਤਰ੍ਹਾਂ ਪੁੱਛਿਆ ਜਾਂਦਾ ਕਿ ਕਿੰਨੇ ਨੰਬਰ ਨੇ ਜਾਂ ਕਿੰਨਵਾਂ ਨੰਬਰ ਹੈ, ਤਾਂ ਇਹਨੂੰ ਅਸੀਂ ਜਿਵੇਂ 1 2 3 4 ਕਹਿ ਦਿੰਦੇ ਹਾਂ, ਤਾਂ ਇਸ ਨੂੰ ਅਸੀਂ ਕਾਰਡੀਨਲ ਨੰਬਰ ਕਹਿ ਦਿੰਦੇ ਹਾਂ। ਤਾਂ ਆਪਸ਼ਨ ਜਿਹੜੀਆਂ ਨੇ ਇਹ ਰੋਮਨ ਅੱਖਰ ਆ ਗਏ। ਤਾਂ ਜਿਹੜਾ ਡੀ ਆਪਸ਼ਨ ਹੈ ਇਹ ਜਿਹੜਾ ਹੈਗਾ ਨੰਬਰ ਹੈ, ਤਾਂ ਇਸ ਨੂੰ ਅਸੀਂ ਕਾਰਡੀਨਲ ਨੰਬਰ ਕਹਿੰਦੇ ਹਾਂ, ਆਪਸ਼ਨ ਡੀ। ਸੱਤਵਾਂ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਵਾਕ ਨੂੰ ਜੋੜਨ ਵਾਲਾ ਨਹੀਂ ਹੈ? ਆਪਸ਼ਨ ਹੈਗੀਆਂ ਏ ਐਂਡ, ਬੀ ਬਟ, ਸੀ ਔਰ ਡੀ ਔਨ। ਤਾਂ ਜਿਸ ਤਰ੍ਹਾਂ ਕੋਈ ਸ਼ਬਦ ਨੂੰ ਅਸੀਂ ਜੋੜਦੇ ਹਾਂ, ਕੋਈ ਸ਼ਬਦ ਇਹ ਤੇ ਅਤੇ, ਜਾਂ ਕੰਮ ਕੋਈ ਕਰ ਰਹੇ ਹਾਂ, ਬਟ ਮੀਨਸ ਪਰੰਤੂ ਇਹ ਕੰਮ ਵੀ ਅਸੀਂ ਕਰ ਲਿਆ, ਸੀ ਜਾਂ ਅਸੀਂ ਕਿਸੇ ਕੰਮ ਜਾ ਰਹੇ ਸੀ ਜਾਂ ਉਹ ਕੰਮ ਕਰਨ ਜਾ ਰਹੇ ਹਾਂ, ਤਾਂ ਉੱਥੇ ਜਿਹੜੇ ਵਾਕ ਆ ਦੋ ਵਾਕ ਬਣ ਜਾਂਦੇ ਆ, ਉਹਨਾਂ ਨੂੰ ਜੋੜਦੇ ਆ। ਇੱਕ ਚੀਜ਼ ਦੱਸੀ ਗਈ ਹੈ ਉਸ ਤੋਂ ਨੈਕਸਟ ਆ ਜਾਂਦੀ ਹੈ। ਤਾਂ ਔਨ ਜਿਹੜਾ ਹੈਗਾ ਇਹ ਹੈ, ਇਸ ਦਾ ਮਤਲਬ ਆ ਉੱਪਰ। ਤਾਂ ਇਸ ਦੇ ਵਿੱਚ ਜਿਹੜਾ ਡੀ ਆਪਸ਼ਨ ਹੈ ਇਹ ਵਾਕ ਨੂੰ, ਦੋ ਵਾਕ ਨੂੰ ਜੋੜਨ ਵਾਲਾ ਨਹੀਂ ਹੈਗਾ। ਤਾਂ ਆਪਸ਼ਨ ਡੀ ਆ ਜਾਂਦੀ ਹੈ ਸੱਤਵੇਂ ਦੀ। ਅੱਠਵਾਂ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਵਾਵਲ ਨਹੀਂ ਹੈ? ਤਾਂ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਉਹ ਇਸ ਲੈਂਗੁਏਜ ਦੇ ਵਿੱਚ ਜਿਹੜੇ ਸ਼ਬਦ ਆ ਜਾਂਦੇ ਆ, ਉਸ ਦੇ ਵਿੱਚ ਜਿਹੜੇ ਵਾਵਲ ਨੇ ਉਹ 5 ਨੇ, ਜਿਹੜੇ ਕਿ ਏ, ਈ, ਆਈ, ਓ, ਯੂ 5 ਹੈਗੇ ਆ। ਤਾਂ ਇਹਨਾਂ ਦੇ ਵਿੱਚ ਜੇ ਅਸੀਂ ਆਪਸ਼ਨ ਦੇਖੀਏ ਏ, ਓ ਤੇ ਆਈ, ਇਹ ਸਾਰੇ ਵਾਵਲ ਨੇ। ਐਫ ਏ ਦੇ ਵਿੱਚ ਵਾਵਲ ਜਿਹੜਾ ਅੱਖਰ ਨਹੀਂ ਹੈਗਾ। ਤਾਂ ਆਪਸ਼ਨ ਜਿਹੜੀ ਡੀ ਹੈਗੀ ਆ, ਇਸ ਦੇ ਵਿੱਚ ਜਿਹੜਾ ਪੁੱਛਿਆ ਗਿਆ ਕਿ ਕਿਹੜਾ ਵਾਵਲ ਨਹੀਂ ਹੈ, ਤਾਂ ਡੀ ਹੈਗਾ ਐਫ, ਵਾਵਲ ਨਹੀਂ ਹੈਗਾ। ਨੌਵਾਂ ਕੁਐਸਚਨ ਹੈ, CPU ਦਾ ਅਰਥ ਕੀ ਹੈ? CPU ਜਿਹੜਾ ਕਿ ਇੱਕ ਕੰਪਿਊਟਰ ਦਾ ਇੱਕ ਪਾਰਟ ਹੈਗਾ, ਅਹਿਮ ਪਾਰਟ ਹੈ, ਜਿਹੜਾ ਅਸੀਂ ਪਹਿਲੇ ਵੀ ਕੁਐਸਚਨ ਪੜ੍ਹਿਆ ਸੀ ਕਿ ਕੰਪਿਊਟਰ ਦਾ ਬ੍ਰੇਨ ਹੈ, ਉਸ ਦਾ ਦਿਮਾਗ ਆ ਕੰਪਿਊਟਰ ਦਾ। ਤਾਂ ਆਪਸ਼ਨ ਏ ਹੈਗੀਆਂ ਸੈਂਟਰਲ ਪ੍ਰੋਗਰਾਮਿੰਗ ਯੂਨਿਟ, ਬੀ ਹੈਗਾ ਸੈਂਟਰਲ ਪ੍ਰੋਸੈਸਿੰਗ ਯੂਨਿਟ, ਸੀ ਹੈਗਾ ਸੈਂਟਰਲ ਪਲੈਨਿੰਗ ਯੂਨਿਟ, ਡੀ ਹੈਗਾ ਸੈਂਟਰਲ ਪ੍ਰੋਗਰੈਸ ਯੂਨਿਟ। ਤਾਂ ਜਿਵੇਂ ਪਿਛਲੇ ਕੁਐਸਚਨਾਂ ਦੇ ਵਿੱਚ ਵੀ ਦੱਸਿਆ ਸੀ ਕਿ ਜਿਹੜਾ CPU ਹੈ ਉਹ ਇੱਕ ਕੰਪਿਊਟਰ ਦਾ ਬ੍ਰੇਨ ਹੈ ਔਰ ਇਸ ਨੂੰ ਸੈਂਟਰਲ ਪ੍ਰੋਸੈਸਿੰਗ ਯੂਨਿਟ ਕਿਹਾ ਜਾਂਦਾ। ਤਾਂ ਆਪਸ਼ਨ ਇਸ ਦੀ ਬੀ ਸਹੀ ਹੈ। 10ਵਾਂ ਕੁਐਸਚਨ ਵੀ ਕੰਪਿਊਟਰ ਨਾਲ ਰਿਲੇਟਡ ਹੈ। 1 ਬਾਈਟ ਇਜ਼ ਇਕੁਅਲ ਟੂ ਕਿਸ ਦੇ ਬਰਾਬਰ ਹੈ? ਆਪਸ਼ਨ ਦਿੱਤੀਆਂ ਗਈਆਂ ਨੇ, ਏ 4 ਬਿਟਸ, ਬੀ ਹੈਗਾ 2 ਬਿਟਸ, ਸੀ 8 ਬਿਟਸ ਔਰ ਡੀ 16 ਬਿਟਸ। ਤਾਂ ਜਿਹੜੀ 1 ਬਾਈਟ ਹੈਗੀ ਆ ਉਹ 8 ਬਿਟਸ ਦੇ ਬਰਾਬਰ ਹੁੰਦੀ ਹੈ, ਇੱਕ ਛੋਟਾ ਯੂਨਿਟ ਹੈ। ਤਾਂ ਆਪਸ਼ਨ ਇਸ ਦੀ 10ਵੇਂ ਦੀ ਸੀ ਸਹੀ ਹੈ, 8 ਬਿਟਸ। ਕੰਪਿਊਟਰ ਸਿਸਟਮ ਦੇ ਵਿੱਚ ਹੀ ਕਾਪੀ ਕਮਾਂਡ ਦੇ ਲਈ ਕਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ? ਤਾਂ ਅਸੀਂ ਸ਼ਾਰਟਕਟ ਜਿਹੜਾ ਵਰਤਦੇ ਹੈਗੇ ਆ ਉਸ ਦੇ ਵਿੱਚ ਕਿਹੜੀ ਕੀ ਵਰਤੀ ਜਾਂਦੀ ਆ? ਆਪਸ਼ਨ ਏ ਦੇ ਵਿੱਚ Ctrl+V, ਬੀ ਹੈਗਾ Ctrl+A, ਸੀ ਹੈਗਾ Ctrl+C ਔਰ ਡੀ ਹੈਗਾ Ctrl+O। ਤਾਂ ਇਸ ਦੇ ਵਿੱਚ ਜਦੋਂ ਅਸੀਂ ਕਾਪੀ ਕਰਨਾ ਹੈਗਾ ਕੋਈ ਮੈਟਰ ਨੂੰ, ਤਾਂ ਉਸ ਸਮੇਂ ਜਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਆ ਉਹ ਇਹ ਕੀ ਦਬਾਈਆਂ ਜਾਂਦੀਆਂ ਨੇ, Ctrl+C। ਤਾਂ ਆਪਸ਼ਨ ਜਿਹੜੀ ਸੀ ਹੈਗੀ ਆ Ctrl+C, ਜਿਹੜੀ ਕਾਪੀ ਕਰਨ ਦੇ ਲਈ ਉਹ ਤੋਂ ਅਸੀਂ ਸ਼ਾਰਟਕਟ ਕੀ ਵਰਤਦੇ ਹਾਂ। 12ਵਾਂ ਕੁਐਸਚਨ ਹੈ, ਕੱਟ ਕਮਾਂਡ ਦੇ ਲਈ ਕਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ? ਤਾਂ ਜਦੋਂ ਅਸੀਂ ਕੱਟ ਕਰਨਾ ਉਸ ਮੈਟਰ ਨੂੰ, ਉਸ ਦੇ ਸਮੇਂ ਕਮਾਂਡ ਜਿਹੜੀ ਦੇ ਰਹੇ ਹਾਂ, ਤਾਂ ਕਿਹੜੀ ਸ਼ਾਰਟਕਟ ਕੀ ਵਰਤਾਂਗੇ? ਆਪਸ਼ਨ ਏ ਹੈਗੀਆਂ Ctrl+V, ਬੀ ਹੈਗਾ Ctrl+A, ਸੀ ਹੈਗਾ Ctrl+C ਔਰ ਡੀ ਹੈਗਾ Ctrl+X।
ਤਾਂ ਜਦੋਂ ਅਸੀਂ ਕੱਟ ਕਰਨਾ ਹੈਗਾ, ਕੱਟ ਦੀ ਸਿਲੈਕਸ਼ਨ ਕਰਨੀ ਹੈ, ਆਈਟਮ ਕੱਟਣੀ ਹੈ, ਤਾਂ ਉਸ ਵੇਲੇ ਜਿਹੜੀ ਹੈਗੀ ਆ Ctrl+X ਅਸੀਂ ਕੀ ਦਬਾਵਾਂਗੇ, ਸ਼ਾਰਟਕਟ ਕੀ ਹੈ ਕੱਟ ਕਰਨ ਦੇ ਲਈ। ਤਾਂ ਆਪਸ਼ਨ ਡੀ ਸਹੀ ਹੈ ਇਸ ਦਾ। 13ਵਾਂ ਕੁਐਸਚਨ ਹੈਗਾ, ਸ਼ਬਦ ਲਿਖਿਆ ਹੋਇਆ ਦਾ ਸਹੀ ਉਚਾਰਨ ਕੀ ਹੈ। ਆਪਸ਼ਨ ਏ ਹੈਗਾ ਪਾਲਮ, ਬੀ ਹੈਗਾ ਪਲਮ, ਸੀ ਹੈਗਾ ਪਾਮ ਔਰ ਡੀ ਹੈਗਾ ਪਮ। ਤਾਂ ਇਸ ਦੇ ਵਿੱਚ ਜਿਹੜਾ ਐਲ ਸ਼ਬਦ ਹੈ, ਐਲ ਸਾਈਲੈਂਟ ਹੈ, ਇਸ ਦੇ ਵਿੱਚ ਜਿਹੜਾ ਸਹੀ ਉਚਾਰਨ ਹੈ ਪਾਮ ਹੈਗਾ। ਇਸ ਨੂੰ ਅਸੀਂ ਐਲ ਜਿਹੜਾ ਸਾਈਲੈਂਟ ਹੋਣ ਕਰਕੇ ਪਾਮ ਬੋਲਦੇ ਹਾਂ। ਤਾਂ ਜਿਹੜੀ ਆਪਸ਼ਨ ਸੀ ਸਹੀ ਹੈ 13ਵੇਂ ਦੀ। 14ਵਾਂ ਕੁਐਸਚਨ ਹੈ, ਹੇਠ ਦਿੱਤਿਆਂ ਵਿੱਚੋਂ ਕਿਹੜੀ ਆਡੀਓ ਏਡ ਨਹੀਂ ਹੈ। ਆਪਸ਼ਨ ਏ ਹੈਗਾ ਰੇਡੀਓ, ਬੀ ਹੈਗਾ ਟੇਪ ਰਿਕਾਰਡ, ਸੀ ਹੈਗਾ CD ਪਲੇਅਰ ਔਰ ਡੀ ਹੈਗਾ ਅਖਬਾਰ ਯਾਨੀ ਕਿ ਨਿਊਜ਼ਪੇਪਰ। ਆਡੀਓ ਏਡ ਦਾ ਮੀਨਸ ਕਿ ਜਿਸ ਦੇ ਰਾਹੀਂ ਅਸੀਂ ਸੁਣਦੇ ਹਾਂ, ਜਿਸ ਦੀ ਹੈਲਪ ਦੇ ਨਾਲ, ਮਦਦ ਦੇ ਨਾਲ ਅਸੀਂ ਸੁਣਦੇ ਹਾਂ, ਆਵਾਜ਼ ਸੁਣਦੇ ਹੈਗੇ ਹਾਂ। ਤਾਂ ਇਸ ਦੇ ਵਿੱਚ ਰੇਡੀਓ, ਟੇਪ ਰਿਕਾਰਡ, CD ਪਲੇਅਰ, ਇਹ ਤਿੰਨੋਂ ਜਿਹੜੀਆਂ ਆਪਸ਼ਨ ਨੇ ਇਹ ਸੁਣਨ ਵਾਲੀਆਂ ਨੇ, ਇਹਨਾਂ ਤੋਂ ਸਾਨੂੰ ਆਵਾਜ਼ ਸੁਣਾਈ ਦਿੰਦੀ ਹੈ। ਜਦੋਂ ਕਿ ਜਿਹੜਾ ਨਿਊਜ਼ਪੇਪਰ ਜਾਂ ਅਖਬਾਰ ਹੈ ਇਸ ਨੂੰ ਅਸੀਂ ਪੜ੍ਹਦੇ ਹੈਗੇ ਹਾਂ। ਤਾਂ ਇਸ ਦੇ ਵਿੱਚ ਜਿਹੜੀ ਆਡੀਓ ਏਡ ਨਹੀਂ ਹੈਗੀ ਉਹ ਡੀ ਹੈਗੀ ਆ ਅਖਬਾਰ। 15ਵਾਂ ਕੁਐਸਚਨ ਹੈ, ਹੇਠ ਦਿੱਤਿਆਂ ਵਿੱਚੋਂ ਕਿਹੜੀ ਵਿਜ਼ੂਅਲ ਏਡ ਨਹੀਂ ਹੈ। ਆਪਸ਼ਨ ਏ ਹੈਗਾ ਵੀਡੀਓ, ਬੀ ਹੈਗਾ ਥੀਏਟਰ, ਸੀ ਹੈਗਾ ਫਿਲਮ ਔਰ ਡੀ ਹੈਗਾ ਕਿਤਾਬ। ਤਾਂ ਵਿਜ਼ੂਅਲ ਏਡ ਕੀ ਹੈ, ਜਿਸ ਦੇ ਵਿੱਚ ਅਸੀਂ ਚੱਲਦੀਆਂ ਜਿਹੜੀਆਂ ਪਿਕਚਰ ਨੇ, ਚੱਲਦੀਆਂ ਬੋਲਦੀਆਂ ਦਿਖਦੀਆਂ ਨੇ ਉਹ ਦੇਖਦੇ ਹੈਗੇ ਆ, ਜਿਨ੍ਹਾਂ ਦੇ ਵਿੱਚ ਵੀਡੀਓ, ਥੀਏਟਰ ਔਰ ਫਿਲਮ ਜਿਹੜੇ ਆ ਜਾਂਦੇ ਆ। ਇਸ ਦੇ ਵਿੱਚ ਅਸੀਂ ਜਿਹੜਾ ਚੱਲਦਾ ਫਿਰਦਾ ਸਾਰਾ ਸੀਨ ਦੇਖਦੇ ਹੈਗੇ ਆ। ਜਦੋਂ ਕਿ ਜਿਹੜੀ ਬੁੱਕ ਹੈਗੀ ਆ ਉਸ ਨੂੰ ਅਸੀਂ ਸਿਰਫ ਪੜ੍ਹ ਸਕਦੇ ਹਾਂ ਜਿਹੜੇ ਸ਼ਬਦ ਲਿਖੇ ਹੋਏ ਆ। ਤਾਂ ਇਹ ਵਿਜ਼ੂਅਲ ਏਡ ਨਹੀਂ ਹੈਗੀ। ਆਪਸ਼ਨ ਡੀ ਇਸ ਦੀ 15ਵੇਂ ਦੀ ਸਹੀ ਹੈ। 16ਵਾਂ ਕੁਐਸਚਨ ਹੈ, ਐਬਿਲਿਟੀ ਦਾ ਕੀ ਅਰਥ ਹੈ। ਆਪਸ਼ਨ ਏ ਹੈਗਾ ਖੁਸ਼ੀ, ਬੀ ਹੈਗਾ ਗਿਆਨ, ਸੀ ਹੈਗਾ ਯੋਗਤਾ, ਡੀ ਹੈਗਾ ਉਪਰੋਕਤ ਕੋਈ ਨਹੀਂ। ਤਾਂ ਇਸ ਦੇ ਵਿੱਚ ਜਿਹੜੀ ਐਬਿਲਿਟੀ ਹੈਗੀ ਆ ਉਸ ਦਾ ਜਿਹੜਾ ਮੀਨਿੰਗ ਹੈ, ਅਰਥ ਹੈ, ਉਹ ਯੋਗਤਾ ਹੈਗੀ ਆ। ਤੁਹਾਡੇ ਅੰਦਰ ਕੀ ਐਬਿਲਿਟੀ ਆ, ਕੀ ਯੋਗਤਾ ਹੈਗੀ ਹੈ, ਅਸੀਂ ਆਮ ਸ਼ਬਦ ਬੋਲਦੇ ਹਾਂ। ਤਾਂ ਆਪਸ਼ਨ 16ਵੇਂ ਦੀ ਸੀ ਸਹੀ ਹੈ। 17ਵਾਂ ਕੁਐਸਚਨ ਹੈਗਾ, ਟ੍ਰੈਫਿਕ ਦੀ ਪੀਲੀ ਬੱਤੀ ਦਾ ਕੀ ਭਾਵ ਹੈ। ਯਾਨੀ ਕਿ ਟ੍ਰੈਫਿਕ ਦੇ ਦੌਰਾਨ ਜਿਹੜੀ ਯੈਲੋ ਲਾਈਟ ਆਉਂਦੀ ਹੈ ਨਜ਼ਰ ਸਾਨੂੰ, ਉਸ ਦਾ ਕੀ ਸਾਈਨ ਹੈ, ਉਸ ਤੋਂ ਕੀ ਭਾਵ ਹੈ। ਆਪਸ਼ਨ ਏ ਹੈਗੀ ਹੈ ਚੱਲਣਾ, ਬੀ ਰੁਕਣਾ, ਸੀ ਕੁਝ ਨਹੀਂ ਕਰਨਾ ਔਰ ਡੀ ਹੈਗਾ ਚੱਲਣ ਲਈ ਤਿਆਰ ਹੋਣਾ। ਤਾਂ ਇੱਥੇ ਸਾਡੇ ਕੋਲ ਜਿਹੜੀਆਂ ਟ੍ਰੈਫਿਕ ਲਾਈਟ ਦੇ ਨਜ਼ਰ ਆ ਰਹੀਆਂ, ਅਸੀਂ ਆਮ ਦੇਖਦੇ ਹਾਂ ਟ੍ਰੈਫਿਕ ਸਮੇਂ ਇਹ ਲਾਈਟ ਨਜ਼ਰ ਆਉਂਦੀਆਂ ਨੇ। ਰੈੱਡ ਲਾਈਟ ਰੁਕਣ ਦਾ ਇਸ਼ਾਰਾ ਕਰਦੀ ਹੈ ਟ੍ਰੈਫਿਕ ਨੂੰ ਔਰ ਗ੍ਰੀਨ ਜਿਹੜੀ ਲਾਈਟ ਹੈ ਉਹ ਚੱਲਣ ਦਾ ਸੰਕੇਤ ਹੈ ਕਿ ਤੁਸੀਂ ਹੁਣ ਚੱਲ ਸਕਦੇ ਹੋ। ਤਾਂ ਇਸ ਦੇ ਦੌਰਾਨ ਜਿਹੜੀ ਯੈਲੋ ਲਾਈਟ ਹੈ ਉਹ ਦੋਨਾਂ ਦਾ ਵਿਚਕਾਰਲਾ ਸਮਾਂ ਹੈ ਕਿ ਜਦੋਂ ਟ੍ਰੈਫਿਕ ਰੁਕਿਆ ਹੋਇਆ ਉਸ ਤੋਂ ਬਾਅਦ ਯੈਲੋ ਲਾਈਟ ਜਦੋਂ ਔਨ ਹੋ ਜਾਂਦੀ ਆ, ਇਟ ਮੀਨਸ ਕਿ ਤੁਹਾਨੂੰ ਜਿਹੜਾ ਹੈਗੇ ਇਸ ਤੋਂ ਬਾਅਦ ਆਗਿਆ ਮਿਲੇਗੀ ਚੱਲਣ ਦੀ। ਤਾਂ ਤੁਸੀਂ ਰੈਡੀ ਰਹੋ ਚੱਲਣ ਦੇ ਲਈ, ਤੁਰਨ ਦੇ ਲਈ ਰੈਡੀ ਰਹੋ। ਤਾਂ ਇਸ ਦੇ ਵਿੱਚ ਜਿਹੜੀ ਆਪਸ਼ਨ ਹੈਗੀ ਆ ਡੀ ਹੈਗੀ ਆ ਚੱਲਣ ਲਈ ਤਿਆਰ ਹੋਣਾ। ਤਾਂ ਜਿਹੜੀ ਟ੍ਰੈਫਿਕ ਦੇ ਦੌਰਾਨ ਯੈਲੋ ਲਾਈਟ ਹੈਗੀ ਆ ਉਸ ਦਾ ਜਿਹੜਾ ਭਾਵ ਹੈ ਚੱਲਣ ਲਈ ਤਿਆਰ ਹੋਣਾ। ਆਪਸ਼ਨ ਡੀ ਸਹੀ ਹੈ। 18ਵਾਂ ਕੁਐਸਚਨ ਹੈ, ਅੰਗਰੇਜ਼ੀ ਇੱਕ ਵਪਾਰਕ ਡੈਸ਼ ਹੈ। ਆਪਸ਼ਨ ਏ ਹੈਗਾ ਸ਼ਬਦ, ਬੀ ਹੈਗਾ ਵਾਕ, ਸੀ ਹੈਗਾ ਭਾਸ਼ਾ ਔਰ ਡੀ ਹੈਗਾ ਉਪਰੋਕਤ ਕੋਈ ਨਹੀਂ। ਤਾਂ ਜਿਹੜੀ ਇੰਗਲਿਸ਼ ਆ ਯਾਨੀ ਕਿ ਅੰਗਰੇਜ਼ੀ ਇੱਕ ਜਿਹੜੀ ਵਪਾਰਕ ਭਾਸ਼ਾ ਹੈਗੀ ਹੈ ਜਿਸ ਦੇ ਨਾਲ ਅਸੀਂ ਆਦਾਨ ਪ੍ਰਦਾਨ ਕਰਦੇ ਹਾਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਨਾਲ। ਕਿਉਂਕਿ ਸਾਡੀਆਂ ਜਿਹੜੀਆਂ ਵਖਰੇਵਾਂ ਹੈਗਾ ਬੋਲੀ ਦਾ, ਹਰ ਇੱਕ ਦੇਸ਼ ਦਾ, ਹਰ ਇੱਕ ਰਾਜ ਦਾ, ਤਾਂ ਇੱਕ ਅੰਗਰੇਜ਼ੀ ਅਜਿਹੀ ਭਾਸ਼ਾ ਹੈਗੀ ਆ ਜਿਹੜੀ ਸਾਰਿਆਂ ਨੂੰ ਆਪਸ ਵਿੱਚ ਜੋੜਦੀ ਹੈ। ਤਾਂ ਇਸ ਦੀ ਆਪਸ਼ਨ ਸੀ ਸਹੀ ਹੈ। 19ਵਾਂ ਕੁਐਸਚਨ, ਅੰਗਰੇਜ਼ੀ ਭਾਸ਼ਾ ਵਿੱਚ ਕਿੰਨੇ ਵਾਵਲ ਹੁੰਦੇ ਹਨ। ਆਪਸ਼ਨ ਏ ਹੈਗੀ ਹੈ 3, ਬੀ ਹੈਗਾ 4, ਸੀ ਹੈਗਾ 5 ਔਰ ਡੀ ਹੈਗਾ 6। ਤਾਂ ਪਹਿਲਾਂ ਵੀ ਮੈਂ ਦੱਸ ਚੁੱਕਿਆ ਕਿ ਜਿਹੜੀ ਇੰਗਲਿਸ਼ ਲੈਂਗੁਏਜ ਹੈ ਇਸ ਦੇ ਵਿੱਚ ਜਿਹੜੇ ਵਾਵਲ ਨੇ ਉਹ ਹੈਗੇ ਨੇ ਏ, ਈ, ਆਈ, ਓ, ਯੂ, ਯਾਨੀ ਕਿ 1 2 3 4 5 ਨੇ, 5 ਵਾਵਲ ਨੇ। ਤਾਂ ਆਪਸ਼ਨ ਇਸ ਦੀ ਸੀ ਸਹੀ ਹੈ 19ਵੇਂ ਦੀ। 20ਵਾਂ ਕੁਐਸਚਨ ਹੈਗਾ, ਜਿਹੜਾ ਇੱਕ ਸ਼ਬਦ ਲਿਖਿਆ ਗਿਆ LOOK, ਇਸ ਸ਼ਬਦ ਦਾ ਸਹੀ ਉਚਾਰਨ ਕੀ ਹੈ। ਆਪਸ਼ਨ ਏ ਹੈਗਾ ਲੂਕ, ਬੀ ਹੈਗਾ ਲੋਕ, ਸੀ ਹੈਗਾ ਲੁੱਕ ਔਰ ਡੀ ਹੈਗਾ ਉਪਰੋਕਤ ਕੋਈ ਨਹੀਂ। ਤਾਂ ਜਿਹੜਾ ਇਸ ਦੇ ਵਿੱਚ ਲਿਖਿਆ ਹੋਇਆ ਸ਼ਬਦ LOOK, ਇਹਦਾ ਜਿਹੜਾ ਸਹੀ ਉਚਾਰਨ ਹੈ ਉਹ ਹੈਗਾ ਲੁੱਕ। ਤਾਂ ਜਿਸ ਦਾ ਮੀਨਿੰਗ ਹੈਗਾ ਪੰਜਾਬੀ ਦੇ ਵਿੱਚ ਜੇ ਕਹੀਏ ਦੇਖਣਾ। ਤਾਂ ਆਪਸ਼ਨ ਇਸ ਦੀ ਸੀ ਸਹੀ ਹੈ। ਸੋ ਇਹ ਇੰਪਲਾਈਬਿਲਿਟੀ ਸਕਿੱਲ ਦੇ MCQ ਸਨ ਪਾਰਟ 1 ਦੇ ਵਿੱਚ ਜਿਹੜੇ ਅਸੀਂ ਲਏ ਆ। ਇਸ ਤੋਂ ਬਾਅਦ ਅਸੀਂ
ਅਲੱਗ-ਅਲੱਗ ਜਿਹੜੇ ਇਸੇ ਸਬਜੈਕਟ ਦੇ ਟੌਪਿਕ ਨੇ ਉਹਨਾਂ ਦੇ ਵੀ ਵੀਡੀਓ ਬਣਾਉਂਦੇ ਰਹਾਂਗੇ। ਨਾਲ ਤੁਹਾਨੂੰ ਇਸ ਵਿਸ਼ੇ ਦੀ ਜਾਣਕਾਰੀ ਮਿਲਦੀ ਰਹੇ ਔਰ ਨਾਲ ਤੁਸੀਂ ਆਪਣੀ ਟ੍ਰੇਡ ਦੇ ਸਬਜੈਕਟ ਦੇ ਨਾਲ ਇਸ ਵਿਸ਼ੇ ਦੇ ਵਿੱਚ ਵੀ ਚੰਗੇ ਨੰਬਰ ਲਵੋ ਔਰ ਤੁਹਾਡੀ ਜਿਹੜਾ ਮੈਰਿਟ ਦੇ ਵਿੱਚ ਨੰਬਰ ਉੱਪਰ ਆਵੇ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਸੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ।